गुरु रू प्यारी साध संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी दी एक अमोलक लिखत विजय सिंह आप जी नूं पढ़ के सरवण करा रहे सी। आओ उसका अगला हिस्सा सरवण करन दी कोशिश करिए जी। 19वां कांड। बेगम नूं आराम दा सोना, बेफिक्री दा खाना, अचिंताई विच हसना सब भुल गया। दिल दी हैंकड़ ते आकड़ तां भिखारी खां वाला दण देण ਨੂੰ ਕਦੇ ਉਮਲ ਪੈਂਦੀ, ਪਰ ਇੱਥੇ ਡੂੰਘਾ ਪਿਆਰ ਸੀ ਜੋ ਉਹ ਜੋਸ਼ ਆਪ ਮੋੜਾ ਖਾ ਜਾਂਦਾ। ਨਾਲੇ ਅੱਗੇ ਭਿਖਾਰੀ ਖਾਨ ਨੂੰ ਮਰਵਾ ਦੇਣ ਨਾਲ ਢੇਰ ਬਦਨਾਮੀ ਹੋ ਚੁੱਕੀ ਸੀ। ਇਸ ਗੱਲ ਤੋਂ ਵੀ ਡਰਦੀ ਹੁਣ ਜੋੜਾਂ ਤੋੜਾਂ ਤੇ ਟੇੜੀਆਂ ਚਾਲਾਂ ਦੀ ਸੋਚ ਵਿੱਚ ਰਹਿੰਦੀ ਸੀ। ਅੰਤ ਬੇਗਮ ਨੇ ਇਹ ਚਾਲ ਚੱਲੀ ਕਿ ਸ਼ੀਲ ਕੌਰ ਨੂੰ ਇੱਕ ਤੰਗ ਕੋਠੜੀ ਵਿੱਚ ਛੁਪਾਤੇ ਹੀ ਕੈਦ ਕਰ ਦਿੱਤਾ। ਨਿਆਣਾ ਬਾਲਕ ਮਾਂ ਦਾ ਵੇਲੇ ਕੁਵੇਲੇ ਦਾ ਸਹਾਈ ਨਾਲ ਕੈਦ ਹੋਇਆ। ਕੋਠੜੀ ਦੇ ਬਾਹਰ ਪਹਿਰਾ ਰਹਿੰਦਾ ਹੈ। ਇੱਕ ਦਿਨ ਸਵੇਰੇ ਪਾਠ ਦੇ ਮਗਰੋਂ ਸ਼ੀਲ ਕੌਰ ਦੇ ਕਮਰੇ ਵਿੱਚ ਇੱਕ ਗੋਲੀ ਆਈ, ਜਿਸ ਦੇ ਹੱਥ ਵਿੱਚ 2 ਸੁੰਦਰ ਕੌਲ ਸਨ। ਸ਼ੀਲ ਕੌਰ ਦੇ ਅੱਗੇ ਧਰ ਕੇ ਬੋਲੀ ਕਿ ਇਹ ਦੋਵੇਂ ਆਪ ਦੀ ਨਜ਼ਰ, ਇੱਕ ਆਪ ਪੀ ਲਓ ਤੇ ਇੱਕ ਬਰਖੁਰਦਾਰ ਨੂੰ ਪਿਲਾ ਦਿਓ। ਸ਼ੀਲਾ, ਇਸ ਵਿੱਚ ਕੀ ਹੈ? ਗੋਲੀ, ਹੁਕਮ ਤਾਂ ਨਹੀਂ ਦੱਸਾਂ, ਪਰ ਤੁਹਾਡੇ ਹਸਾਨਾਂ ਦੀ ਲੱਦੀ ਹੋਈ ਸਿਰ ਪੱਟਣ ਜੋਗੀ ਨਹੀਂ। ਦੱਸਦੀ ਹਾਂ ਤਾਂ ਦੋਸ਼ ਹੈ, ਨਹੀਂ ਦੱਸਦੀ ਤਾਂ ਅਕਿਰਤ ਕਣ ਬਣਦੀ ਹਾਂ। ਹਾਏ, ਮੈਂ ਦੱਸੇ ਬਿਨਾਂ ਰਹਿ ਵੀ ਨਹੀਂ ਸਕਦੀ, ਔਰ ਲੁਕੇ ਰਹਿਣੇ ਵਾਲੀ ਗੱਲ ਵੀ ਨਹੀਂ। ਬੀਬੀ ਜੀ, ਇਸ ਵਿੱਚ ਜ਼ਹਿਰ ਹੈ ਜੋ ਤੁਹਾਡੇ ਵਾਸਤੇ ਤੁਹਾਡੇ ਪਤੀ ਨੇ ਘਾਲੀ ਹੈ। ਸ਼ੀਲਾ, ਕਦੀ ਨਹੀਂ। ਪਿਆਰੇ ਪਤੀ ਜੀ ਵੱਲੋਂ ਜੇ ਇਹ ਨਿਆਮਤ ਹੋਵੇ ਤਾਂ ਮੇਰੇ ਧੰਨ ਭਾਗ, ਪਰ ਪਤੀ ਜੀ ਦੀ ਘਾਲੀ ਹੋਈ ਇਹ ਚੀਜ਼ ਨਹੀਂ ਹੈ। ਮੇਰਾ ਤੇ ਪਤੀ ਦਾ ਆਤਮਕ ਸੰਜੋਗ ਹੈ। ਮੇਰਾ ਪਤੀ ਇਹ ਕਦੇ ਨਹੀਂ ਕਰ ਸਕਦਾ। ਉਹ ਸੱਚਾ ਸਿੰਘ ਹੈ। ਸੱਚੇ ਸਿੰਘ ਸਦੀਵ ਸੱਚੇ ਪਤੀ ਹੋਇਆ ਕਰਦੇ ਹਨ। ਗੋਲੀ ਠਿਠਰ ਕੇ, ਬੀਬੀ ਜੀ, ਤੂੰ ਤਾਂ ਡਾਢੀ ਕੋਈ ਦਿਲਾਂ ਦੀ ਜਾਣਨਹਾਰ ਹੈ। ਮੈਂ ਤੈਥੋਂ ਸੱਚ ਨਹੀਂ ਲੁਕਾ ਸਕਦੀ। ਇਹ ਬੇਗਮ ਦੀ ਚਲਾਕੀ ਹੈ, ਤੁਹਾਡੇ ਪਤੀ ਦਾ ਦੋਸ਼ ਨਹੀਂ। ਪਤੀ ਤੁਹਾਡੇ ਨੇ ਅਜੇ ਤੱਕ ਬੇਗਮ ਦਾ ਹੁਕਮ ਨਹੀਂ ਮੰਨਿਆ। ਦੁਨੀਆ ਦਾ ਕੋਈ ਲਾਲਚ ਨਹੀਂ ਜੋ ਬੇਗਮ ਨੇ ਉਹਨਾਂ ਨੂੰ ਨਾ ਦਿਖਾਇਆ ਹੋਵੇ, ਪਰ ਉਹਨਾਂ ਪਰ ਕੁਝ ਅਸਰ ਨਹੀਂ ਹੋਇਆ। ਜਿਸ ਵੇਲੇ ਬੇਗਮ ਨੇ ਤੁਹਾਥੋਂ ਉਹਨਾਂ ਨੂੰ ਅੱਡ ਕੀਤਾ ਹੈ, ਉਸ ਦਿਨ ਤੋਂ ਅਨੇਕ ਗੋਲੀਆਂ ਹਰ ਵੇਲੇ ਉਹਨਾਂ ਦੇ ਉਦਾਲੇ ਰਹਿੰਦੀਆਂ ਔਰ ਉਹਨਾਂ ਨੂੰ ਸਮਝਾਉਂਦੀਆਂ ਹਨ, ਪਰ ਉਹਨਾਂ ਨੇ ਵੀ ਮੌਨ ਧਾਰੀ ਜਾਪਦੀ ਹੈ ਔਰ ਗੰਭੀਰ ਹਾਥੀ ਦੇ ਦੁਆਲੇ ਮੱਖੀਆਂ ਉੜਦੀਆਂ ਵਾਂਗ ਉਹਨਾਂ ਨੂੰ ਦੇਖਦੇ ਹਨ। ਕੱਲ ਮੈਂ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਹੇ ਬੇਗਮ, ਤੈਂ ਆਪਣਾ ਪ੍ਰਣ ਤੋੜਿਆ ਹੈ, ਹੁਣ ਅਸੀਂ ਵੀ ਚਲੇ ਜਾਵਾਂਗੇ। ਪਰ ਬੇਗਮ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ। ਉਹ ਕਹਿੰਦੀ ਹੈ ਕਿ ਤੇਰਾ ਪਿਤਾ ਚੂਹੜ ਮੱਲ ਤੇਰੀ ਵੋਟੀ ਨੂੰ ਲੈ ਗਿਆ ਹੈ, ਪਰ ਉਹ ਅਮੰਨਾ ਨਹੀਂ ਕਰਦੇ। ਸ਼ੀਲਾ, ਅੱਛਾ, ਜੋ ਕਰਤਾਰ ਨੂੰ ਪਾਵੇ। ਅਕਾਲ ਪੁਰਖ ਉਹਨਾਂ ਨੂੰ ਤੱਤੀ ਵਾਹ ਨਾ ਲੱਗਣ ਦੇਵੇ। ਮੈਂ ਤਾਂ ਉਹ ਜਾਣ ਸਦਕੇ ਕੀਤੀ ਉਹਨਾਂ ਦੇ ਚਰਨਾਂ ਤੋਂ। ਗੋਲੀ, ਸ਼ਾਬਾਸ਼ ਤੁਹਾਡੇ ਜਨਮ ਦੇ ਔਰ ਤੁਹਾਡੇ ਧਰਮ ਦੇ ਪਤੀ ਬ੍ਰਤਾ ਹੋਣ ਦੇ। ਤੁਸੀਂ ਤਾਂ ਕੋਈ ਦੇਵਤੇ ਹੋ। ਮੂਰਖ ਬੇਗਮ ਤੁਹਾਡੇ ਅਸਲੇ ਨੂੰ ਨਹੀਂ ਸਮਝਦੀ। ਭੁਜੰਗੀ, ਭਲਾ ਜੇ ਅਸੀਂ ਨਾ ਪੀਵੀਏ ਤਾਂ? ਗੋਲੀ, ਫਿਰ ਕਤਲ ਕੀਤੇ ਜਾਓਗੇ। ਇਹ ਬੇਗਮ ਫੈਸਲਾ ਕਰ ਚੁੱਕੀ ਹੈ। ਸ਼ੀਲਾ ਸਤਬਚਨ, ਪੁੱਤਰ ਵੱਲ, ਬਰਖੁਰਦਾਰ, ਇੱਕ ਦਿਨ ਮਰਨਾ ਹੈ ਔਰ ਮੇਰਾ ਤੇਰਾ ਸਿੰਘ ਹੋਰਾਂ ਦੇ ਨਾਲ ਇਸ ਕਿਲੇ ਵਿੱਚ ਜਿਉਂਦੇ ਜੀ ਨਿਕਲਣਾ ਅਨਹੋਣੀ ਗੱਲ ਹੈ। ਤੇਰੇ ਪਿਤਾ ਦਾ ਇਕੱਲਿਆਂ ਨਿਕਲ ਜਾਣਾ ਕੁਝ ਸੌਖਾ ਹੈ। ਉਹ ਸਿੰਘ ਹਨ, ਕਿਲੇ ਦੇ ਉਸ ਦਿਨ ਵਾਲੀ ਬਾਈ ਤੋਂ ਟੱਪ ਕੇ ਵੀ ਜਾ ਸਕਦੇ ਹਨ, ਪਰ ਮੈਂ ਤੀਵੀਂ, ਤੂੰ ਬਾਲਕ, ਸਾਡਾ ਨਿਕਲਣਾ ਔਖਾ ਹੈ। ਦੂਸਰੀ ਗੱਲ ਇਹ ਹੈ ਕਿ ਤੇਰਾ ਪਿਤਾ ਧਰਮ ਹਾਰੇ, ਇਹ ਵੀ ਹੋਣ ਵਾਲੀ ਗੱਲ ਨਹੀਂ ਹੈ। ਕੋਈ ਐਸੀ ਪ੍ਰੇਰਨਾ ਨਹੀਂ ਹੈ ਜੋ ਉਹਨਾਂ ਦੇ ਹਿਰਦੇ ਨੂੰ ਪ੍ਰੇਰ ਸਕੇ। ਉਹਨਾਂ ਨੂੰ ਜੋ ਕੇਵਲ ਆਪਣਾ ਹੀ ਫਿਕਰ ਹੋਵੇ, ਤਦ ਜਿੰਦ ਔਰ ਧਰਮ ਦੋਹਾਂ ਦਾ ਬਚਾ ਲੈਣਾ ਉਹਨਾਂ ਲਈ ਸੁਖੇਰਾ ਹੈ। ਪਰ ਮੇਰਾ ਨਾਲ ਹੋਣਾ ਉਹਨਾਂ ਦੀ ਜਿੰਦ ਨੂੰ ਜ਼ਰੂਰ ਲੈ ਗੱਲੇਗਾ। ਤਾਂ ਤੇ ਭਲਾ ਹੈ ਕਿ ਮੈਂ ਮਰ ਜਾਵਾਂ ਤੇ ਸੁਆਮੀ ਜੀ ਸੁਤੰਤਰ ਹੋ ਕੇ ਆਪਣਾ ਆਪ ਬਚਾ ਲੈਣ। ਤੇਰੇ ਲਈ ਮੈਂ ਆਂਦਰਾਂ ਵੱਲ ਦੇਖਾਂ ਤਾਂ ਜੀਵਣਾ ਹੀ ਭਲਾ ਹੈ।
ਪਰ ਜੇ ਅਕਲ ਦੀ ਗੱਲ ਮੰਨਾਂ ਤਾਂ ਤੇਰਾ ਮੇਰੇ ਨਾਲ ਮੇਰੇ ਬਚੜੇ ਚੱਲਣਾ ਹੀ ਚੰਗਾ ਹੈ, ਕਿਉਂਕਿ ਜਦ ਮੈਂ ਮਰ ਗਈ ਤੇਰੇ ਪਿਤਾ ਪਾਸ ਤੈਨੂੰ ਇਹਨਾਂ ਨੇ ਅਪਣਨ ਨਹੀਂ ਦੇਣਾ, ਔਰ ਕਈ ਤਰ੍ਹਾਂ ਦੇ ਦਾਅਵੇ ਤੇ ਲਾਲਚ ਤੈਨੂੰ ਦੇਣਗੇ। ਤੇਰੀ ਉਮਰ ਛੋਟੀ ਹੈ, ਮਤਾਂ ਤੇਰਾ ਚਿੱਤ ਡੋਲ ਜਾਵੇ, ਤੂੰ ਕੁਝ ਭੁੱਲ ਕਰ ਬੈਠੇ ਤੇ ਖਾਲਸਾ ਸੁਣੇ, ਤਦ ਮੇਰੀ ਕੁੱਖ ਨੂੰ ਸਾਰਾ ਪੰਥ ਧਿਕਾਰ ਦੇਵੇ ਤੇ ਤੇਰੀ ਆਤਮਾ ਸਾਥੋਂ ਵਿਛੜ ਜਾਵੇ। ਭਾਵੇਂ ਮੈਂ ਜਾਣਦੀ ਹਾਂ ਕਿ ਤੂੰ ਸ਼ੇਰ ਬੱਚਾ ਡੋਲਣੇ ਵਾਲਾ ਨਹੀਂ, ਤੇਰਾ ਲਹੂ ਪਵਿੱਤਰ ਤੇ ਦਿਲ ਬਲ ਵਾਲਾ ਹੈ, ਪਰ ਅਵਸਥਾ ਛੋਟੀ ਹੋਣ ਕਰਕੇ ਦਿਲ ਤਸੱਲੀ ਨਹੀਂ ਫੜਦਾ। ਇਸ ਲਈ ਪਿਆਰੇ ਲਾਲ, ਚੱਲ ਹੁਣ ਕਰਤਾਰ ਦੇ ਚਰਨ ਕਮਲਾਂ ਵਿੱਚ ਪਹੁੰਚੀਏ। ਦੁਨੀਆ ਦੇਖ ਲਈ ਗੰਢੇ ਦੇ ਛਿੱਲ ਵਾਂਗ ਹੈ, ਇਸ ਦੇ ਅੰਦਰ ਕੁਝ ਨਹੀਂ ਹੈ। ਮਾਂ ਦਾ ਉਪਦੇਸ਼ ਬੱਚੇ ਦੇ ਦਿਲ ਵਿੱਚ ਘਰ ਕਰ ਗਿਆ। ਗੋਲੀ ਪਾਸ ਬੈਠੀ ਬਿਟਰ ਬਿਟਰ ਤੱਕ ਰਹੀ ਹੈ। ਮਾਂ ਪੁੱਤ ਨੇ ਗਟ-ਗਟ ਕਰਕੇ ਪਿਆਲੇ ਪੀ ਲਏ। ਗੋਲੀ ਦੀ ਚਰਨੀ ਹੱਥ ਲਾ ਕੇ ਕਿਹਾ ਕਿ ਪਤੀ ਜੀ ਨੂੰ ਕਿਸੇ ਤਰ੍ਹਾਂ ਸੁਨੇਹਾ ਪਹੁੰਚਾ ਦੇਈਂ ਕਿ ਅਸੀਂ ਹੁਣ ਸੰਸਾਰ ਪਰ ਨਹੀਂ ਹਾਂ ਤੇ ਤੁਸੀਂ ਆਪਣਾ ਆਪ ਲੈ ਕੇ ਤਿਲਕ ਜਾਓ। ਗੋਲੀ ਹੱਕੀ ਬੱਕੀ ਪੱਥਰ ਮੂਰਤੀ ਹੋਈ, ਦੋਹਾਂ ਦੇ ਚਰਨਾਂ ਉੱਤੇ ਮੱਥਾ ਟੇਕ ਕੇ ਵਿਦਾ ਹੋਈ ਤੇ ਮਾਂ ਪੁੱਤ ਪਾਠ ਕਰਨ ਲੱਗ ਪਏ। ਪਲਕੋਂ ਮਗਰੋਂ ਬੇਗਮ ਆ ਪਹੁੰਚੀ। ਸ਼ੀਲਾ ਨੇ ਇੱਕ ਤੀਲਾ ਅੱਗੇ ਕਰਕੇ ਕਿਹਾ, ਭੈਣ ਜੀ, ਇੱਥੇ ਹੋਰ ਕੁਝ ਨਹੀਂ ਜੋ ਆਪ ਨੂੰ ਬੈਠਣ ਵਾਸਤੇ ਦੇਵਾਂ। ਬੈਠੀਏ, ਜੀ ਆਇਆਂ ਨੂੰ ਮੇਰੇ ਸਿਰ ਮੱਥੇ, ਧੰਨ ਭਾਗ ਤੁਸਾਂ ਦਰਸ਼ਨ ਦਿੱਤੇ। ਬੇਗਮ, ਸ਼ੀਲ ਕੌਰ, ਤੂੰ ਡਾਢਾ ਠੰਡਾ ਘੜਾ ਹੈ। ਮੈਂ ਸੁਣਿਆ ਹੈ ਕਿ ਤੇਰੇ ਪਤੀ ਨੇ ਤੈਨੂੰ ਜ਼ਹਿਰ ਦੇ ਦਿੱਤੀ ਹੈ। ਮੇਰੇ ਤੇ ਹੱਥਾਂ ਦੇ ਤੋਤੇ ਉੱਡ ਗਏ ਹਨ। ਦੌੜੀ ਆਈ ਹਾਂ, ਕਿਸੇ ਗਲੇ ਤੇਰੇ ਨਾਲ ਧਰੋ ਕੀਤਾ ਸੂ। ਮੈਨੂੰ ਤਾਂ ਤੇਰੀ ਕੈਦ ਦਾ ਪਤਾ ਵੀ ਹੋਣੇ ਲੱਗਾ ਹੈ। ਮੇਰੇ ਅੱਗੇ ਵਿਜੇ ਸਿੰਘ ਟਾਲੇ ਕਰਦਾ ਰਿਹਾ ਹੈ। ਮੈਂ ਪੁੱਛਾਂ ਕਿੱਥੇ ਹੈ, ਤਦ ਕਹਿ ਛੱਡੇ ਕਿ ਸ਼ਹਿਰ ਵਿੱਚ ਗਈ ਹੈ। ਮੈਂ ਭੋਲੀ ਕੀ ਜਾਣਾ। ਅੱਜ ਪਤਾ ਲੱਗਾ ਜੋ ਉਸ ਦਾ ਦਿਲ ਇੱਕ ਗੋਲੀ ਨੇ ਭਰਮਾ ਲਿਆ ਹੈ ਤੇ ਉਸ ਦੇ ਬਦਲੇ ਤੁਹਾਨੂੰ ਮਾਰਦਾ ਹੈ। ਪਰ ਤੂੰ ਘਾਬਰ ਨਹੀਂ, ਮੈਂ ਹਕੀਮ ਨੂੰ ਸੱਦਿਆ ਹੈ, ਹੁਣੇ ਤੁਹਾਡਾ ਇਲਾਜ ਕਰਦਾ ਹੈ। ਅੱਖਾਂ ਵਿੱਚ ਹੰਝੂ। ਪਿਆਰੀ ਭੈਣ, ਤੂੰ ਚਿੰਤਾ ਨਾ ਕਰ, ਮੈਂ ਤੇਰਾ ਵਾਲ ਵਿੰਗਾ ਨਹੀਂ ਹੋਣ ਦੇਣਾ। ਸ਼ੀਲ ਕੌਰ, ਭੈਣ ਜੀ, ਹਕੀਮਾਂ ਦੀ ਲੋੜ ਨਹੀਂ, ਨਾ ਹੀ ਪਤੀ ਜੀ ਨੇ ਮੈਨੂੰ ਜ਼ਹਿਰ ਦਿੱਤੀ ਹੈ। ਇਹ ਫਲ ਤਾਂ ਮੇਰੇ ਹੀ ਖੋਟੇ ਕਰਮਾਂ ਦਾ ਹੈ। ਇਹ ਪ੍ਰਭੂ ਦਾ ਭਾਣਾ ਹੈ ਜੋ ਖੁਸ਼ੀ ਨਾਲ ਚੱਲਣਾ ਹੈ। ਤੁਹਾਨੂੰ ਮੈਂ ਭੈਣ ਕਿਹਾ ਸੀ, ਸੋ ਸ਼ੁਕਰ ਹੈ ਕਿ ਅੰਤ ਤੱਕ ਮੇਰੀ ਵੱਲੋਂ ਨਿਭ ਗਿਆ। ਜੇ ਕੋਈ ਮੇਰੀ ਭੁੱਲ ਚੁੱਕ ਹੋਵੇ ਤਾਂ ਬਖਸ਼ਣੀ। ਬੇਗਮ, ਭੈਣ ਜੀ, ਮੇਰਾ ਕੌਣ ਹੈ? ਅੱਖਾਂ ਵਿੱਚ ਅੰਜੂ। ਤੂੰ ਮੇਰੀ ਧਿਰ ਸੈਂ, ਤੂੰ ਤੁਰ ਗਈਓ ਤਾਂ ਮੈਂ ਕੀ ਕਰਾਂਗੀ। ਮੇਰੀ ਮਾਂ ਤੂੰ ਸੈਂ, ਭੈਣ ਤੂੰ ਸੈਂ, ਦੁੱਖਾਂ ਦੀ ਦਰਦਣ ਤੂੰ ਸੈਂ, ਗਮਾਂ ਦੀ ਵੰਡਣ ਵਾਲੀ ਤੂੰ ਸੈਂ। ਹੱਥ ਜੋੜ ਕੇ, ਭੈਣ, ਮੈਨੂੰ ਵਾਹ ਲਾ ਲੈਣ ਦੇ, ਇਲਾਜ ਕਰਾ ਲੈਣ ਦੇ। ਸ਼ੀਲਾ, ਭੈਣ ਜੀ, ਤੁਸੀਂ ਆਰਾਮ ਕਰੋ, ਮੇਰਾ ਜੀ ਘਾਬਰਦਾ ਹੈ। ਹੁਣੇ ਜਿੰਦ ਟੁੱਟਣੀ ਲੱਗਣ ਵਾਲੀ ਹੈ। ਤੁਸੀਂ ਦੇਖ ਕੇ ਘਾਬਰੋਗੇ। ਮੇਰਾ ਗਿਲਾ ਆਪ ਤੇ ਨਹੀਂ, ਮੇਰੀ ਵੱਲੋਂ ਚਿੱਤ ਨੂੰ ਠੰਡਿਆ ਰੱਖੋ। ਕਿਸੇ ਪ੍ਰਕਾਰ ਦਾ ਰੰਜ ਮੇਰੇ ਚਿੱਤ ਵਿੱਚ ਨਹੀਂ। ਜੇ ਹੁੰਦਾ ਵੀ ਤਾਂ ਮੈਂ ਬਖਸ਼ਦੀ, ਤੁਸੀਂ ਜਾਓ। ਮੇਰੇ ਪਤੀ ਤੇ ਕਿਰਪਾ ਕਰਨੀ ਤੇ ਉਸ ਨੂੰ ਇਸ ਕਿਲੇ ਵਿੱਚੋਂ ਛੁਟਕਾਰਾ ਬਖਸ਼ ਦੇਣਾ। ਬਸ ਇੰਨੀ ਵਾਸ਼ਨਾ ਹੈ, ਜੇ ਆਪ ਪੂਰਨ ਕਰੋ ਤਾਂ ਚੰਗਾ। ਇਸ ਵੇਲੇ ਇੱਕ ਸਿਖਾਈ ਹੋਈ ਗੋਲੀ ਦੌੜੀ ਦੌੜੀ ਆਈ ਔਰ ਘਾਬਰੀ ਹੋਈ ਬੋਲੀ, ਬੇਗਮ ਜੀ, ਹਨੇਰ ਹੋ ਗਿਆ। ਇਹ ਸੁਣ ਕੇ ਬੇਗਮ ਹਫਲਾ ਤਫਲੀ ਦੀ ਮਾਰੀ ਚਲੀ ਗਈ। ਉਧਰ ਮਾਂ ਪੁੱਤਰ ਨੂੰ ਜ਼ੋਰ ਨਾਲ ਉੱਪਰ ਛੱਲਾਂ ਸ਼ੁਰੂ ਹੋ ਗਈਆਂ। ਆਂਦਰਾਂ ਤੋੜ ਤੋੜ ਤੇ ਓਜਰੀ ਨੂੰ ਪੁੱਠੇ ਕਰ ਦੇਣ ਵਾਲੀਆਂ ਕਹਿਆਂ ਨੇ ਜ਼ਹਿਰ ਦੀ ਬਹੁਤ ਸਾਰੀ ਅੰਸ਼ ਕੱਢ ਦਿੱਤੀ, ਪਰ ਕਮਜ਼ੋਰੀ ਔਰ ਬੇਹੋਸ਼ੀ ਨੇ ਦੋਹਾਂ ਨੂੰ ਐਸਾ ਕਰ ਦਿੱਤਾ ਕਿ ਜ਼ਿਕਰ ਕੋਈ ਜੀਉਂਦਾ ਨਹੀਂ ਹੈ। ਸਾਰਾ ਦਿਨ ਬੇਸੁੱਧ ਪਿਆਂ ਬੀਤ ਗਈ। ਸੰਝ ਹੋਈ ਤਾਂ ਬੇਗਮ ਦੇ ਹੁਕਮ ਨਾਲ ਲੋਥਾਂ ਦਰਿਆ ਵਿੱਚ ਸੁੱਟਣੇ ਲਈ ਘੱਲੀਆਂ ਗਈਆਂ, ਪਰ ਸੁੱਟਣ ਵਾਲਿਆਂ ਨੇ ਕੁਝ ਦੂਰੋਂ ਰੋਲਾ ਸੁਣ ਕੇ ਤੇ ਡਰ ਕੇ ਕਿ ਮਤੇ ਕੋਈ ਸਿੱਖ ਦਸਤਾ ਨਾ ਆ ਰਿਹਾ ਹੋਵੇ, ਛੇਤੀ ਨਾਲ ਕਿਲੇ ਦੇ ਬਾਹਰ ਉੱਪਰਲੇ ਪਾਸੇ ਉਜਾੜ ਵਿੱਚ ਪਵਿੱਤਰ ਦੇਹੀਆਂ ਮਲਕੜੇ ਰੱਖ ਦਿੱਤੀਆਂ ਤੇ ਆਪ ਭੱਜ ਆਏ। ਬੇਗਮ ਦੇ ਭਾਣੇ ਉਹ ਮਰ ਚੁੱਕੇ ਸਨ।
और चुकण वालियां ने भी ध्यान नहीं दिता सी। बेख्याले ਉਹ ਹਨੇਰੀ ਰਾਤ ਵਿੱਚ ਲੋਥਾਂ ਸਮਝ ਕੇ ਉਜਾੜ ਵਿੱਚ ਧਰ ਆਏ, ਜਿੱਥੇ ਉਹ ਪਈਆਂ ਅੰਤ ਵਿੱਚ ਮਾਨੋ ਅੰਤ ਹੋ ਰਹੀਆਂ ਸਨ। ਮਖਮਲੀ ਸੇਜਾਂ ਉੱਤੇ ਲੇਟਣ ਵਾਲੇ ਪਿੰਡੇ ਕਰੜੀ ਜ਼ਮੀਨ ਤੇ ਪਏ ਸਨ। ਟੱਬਰਾਂ ਤੋਂ ਵਿਛੜੇ ਹੋਏ ਧਰਮੀ ਇੱਕ ਇਕੱਲੇ ਬਨ ਪਸ਼ੂਆਂ ਦੀਆਂ ਲੋਥਾਂ ਵਾਂਗ ਧਰੇ ਪਏ ਹਨ। ਆਕਾਸ਼ ਵਿੱਚ ਤਾਰਾ ਮੰਡਲ ਡੂੰਘੀ ਨਜ਼ਰ ਲਾ ਕੇ ਸੱਜ ਧਰਮੀਆਂ ਵੱਲ ਤੱਕ ਰਿਹਾ ਹੈ ਕਿ ਮਤੇ ਸਾਡੀ ਜਿੰਦ ਬਖਸ਼ਣ ਵਾਲੀਆਂ ਕਿਰਨਾਂ ਨਾਲ ਜਿੰਦੜੀ ਦੀਆਂ ਤੰਦਾਂ ਬੋਲ ਉੱਠਣ। ਮੱਧਮ ਮੱਧਮ ਪਾਉਣ ਇਹਨਾਂ ਸ਼ਰੀਰਾਂ ਪੁਰ ਸਾਰੰਗੀ ਦੇ ਗੱਜ ਵਾਂਗ ਫਿਰ ਰਹੀ ਹੈ ਕਿ ਮਤਾਂ ਜੀਵਨ ਦੀਆਂ ਤਾਰਾਂ ਕਿਸੇ ਹੀ ਰਗਣ ਨਾਲ ਆਪਣੀ ਸਰਗਮ ਅਲਾਪਣ ਲੱਗ ਜਾਣ। ਕੁਦਰਤ ਧਰਮੀਆਂ ਨਾਲ ਦਰਦ ਵੰਡ ਰਹੀ ਹੈ, ਪਰ ਕੋਈ ਜੀਵਦਾ ਬੰਦਾ ਰੱਬ ਦਾ ਤਰਸ ਖਾ ਕੇ ਵਿਸਾਹ ਦੀ ਜਗਵੇਦੀ ਪੁਰ ਘਾਤ ਹੋਏ ਜੀਵਾਂ ਦੀ ਬੌੜੀ ਨਹੀਂ ਕਰ ਰਿਹਾ। ਕਿਲੇ ਦੇ ਅੰਦਰ ਵੇਖੋ ਤਾਂ ਭਾਵੀ ਹੋਰ ਹੀ ਖੇਲ ਰਚਾਏ ਬੈਠੀ ਹੈ, ਪਰ ਸਜੇ ਹੋਏ ਕਮਰੇ ਵਿੱਚ ਇੱਕ ਮੋਰ ਪੰਖ ਦੀ ਉਣਤ ਪਲੰਗਪੁਰ ਵਿਜੈ ਸਿੰਘ ਜੀ ਬਿਰਾਜਮਾਨ ਸੁੰਦਰ ਗੋਲੀਆਂ ਦੇ ਝੁੰਡ ਵਿੱਚ ਬੈਠੇ ਐਵੇਂ ਸਜ ਰਹੇ ਹਨ ਜਿਵੇਂ ਗਿੱਟੀਆਂ ਵਿੱਚ ਕੋਈ ਤਾਰਾ। ਇਹ ਬੇਗਮ ਦੀਆਂ ਅੰਤਰੰਗ ਸਖੀਆਂ ਹਨ ਜੋ ਵਿਜੈ ਸਿੰਘ ਨੂੰ ਸਮਝਾ ਰਹੀਆਂ ਹਨ, ਪਰ ਸਭ ਦੀਆਂ ਸਿੱਖਿਆ ਥਿੰਦੇ ਘੜੇਪੁਰ ਪਾਣੀ ਵਰਗਾ ਅਸਰ ਕਰ ਰਹੀਆਂ ਹਨ। ਕੋਈ ਰਾਤ ਦੇ ਸਵਾ ਪੈਰ ਬੀਤੇ ਤੱਕ ਸਮਝਾ ਬੁਝਾ ਕੇ ਸਖੀਆਂ ਵਿਦਾ ਹੋਈਆਂ। ਹੁਣ ਬੇਗਮ ਆਪ ਆਈ। ਸਿੰਘ ਜੀ, ਹੁਣ ਤਾਂ ਦਿਲ ਦੀਆਂ ਵਾਗਾਂ ਨੂੰ ਮੋੜੋ। ਜੇਕਰ ਮੁਸਲਮਾਨ ਹੋ ਜਾਓ ਤਾਂ ਤੁਹਾਨੂੰ ਪੰਜਾਬ ਦਾ ਹਾਕਮ ਬਣਾ ਦਿਆਂ। ਇਹ ਮੇਰੇ ਖੱਬੇ ਹੱਥ ਦਾ ਕਰਤੱਵ ਹੈ। ਆਪਣੇ ਤੇ ਤਰਸ ਕਰੋ। ਇਹ ਸੁੰਦਰਤਾ ਬੰਦ ਦੇ ਫੁੱਲਾਂ ਵਾਂਗ ਐਵੇਂ ਨਾ ਸੜ ਜਾਵੇ। ਰਚਣਹਾਰ ਨੇ ਕਿੰਨਾ ਸੁਲੱਖਣੇ ਹੱਥਾਂ ਨਾਲ ਤੇਰੇ ਸਰੀਰ ਦੀ ਰਚਨਾ ਰਚੀ ਹੈ। ਮੇਰੇ ਭਾਣੇ ਜਦ ਤੋਂ ਸੰਸਾਰ ਰਚਿਆ ਜਾਣ ਲੱਗਾ ਹੈ, ਤਦ ਤੋਂ ਜੋ ਜੋ ਸੂਰਤ ਰਚਣਹਾਰ ਨੇ ਰਚੀ, ਉਸ ਦੀ ਸੁੰਦਰਤਾ ਦੀ ਰਤਾ ਰਤਾ ਵੰਨਗੀ ਵੱਖਰੀ ਰੱਖਦਾ ਰਿਹਾ ਹੈ। ਉਹ ਸਾਰੀਆਂ ਸਾਂਭ ਕੇ ਰੱਖੀਆਂ ਸੁੰਦਰਤਾ ਦੀਆਂ ਵੰਨਗੀਆਂ ਨੂੰ ਇਕੱਠਾ ਕਰਕੇ ਉਸਨੇ ਇੱਕ ਪੁਤਲਾ ਬਣਾ ਕੇ ਵਿਜੈ ਸਿੰਘ ਨਾਮ ਧਰ ਕੇ ਸੰਸਾਰ ਵਿੱਚ ਘੱਲ ਦਿੱਤਾ ਹੈ। ਹੇ ਆਪਣਾ ਬੁਰਾ ਕਰਨ ਵਾਲੇ ਪੱਥਰ ਚਿੱਤ ਸ਼ਹਿਜ਼ਾਦੇ, ਕੁਛ ਬੋਲੋ ਤਾਂ ਸਹੀ। ਸਿੰਘ ਜੀ, ਹੇ ਪਰਜਾ ਮਾਤਾ, ਤੇਰੇ ਸੰਕਲਪ ਮਿਰਗ ਤ੍ਰਿਸ਼ਨਾ ਦੇ ਜਲ ਵਾਂਗੂ ਜਿੱਥੋਂ ਕੁਝ ਨਹੀਂ ਬਣਨਾ ਉਥੋਂ ਸੁੱਖਾਂ ਦੀ ਆਸ ਕਰ ਰਹੇ ਹਨ। ਤੂੰ ਜਿਨ੍ਹਾਂ ਗੱਲਾਂ ਨੂੰ ਸੁਖ ਰੂਪ ਜਾਣਦੀ ਹੈ, ਇਹ ਸਭ ਦੁੱਖ ਰੂਪ ਹਨ। ਜਿਹੜਾ ਇਸ ਵੇਲੇ ਮਨ ਨੂੰ ਮੋੜਨਾ ਹੈ ਸੋ ਬੜਾ ਔਖਾ ਤਾਂ ਹੈ, ਪਰ ਫਲ ਬਹੁਤ ਮਿੱਠਾ ਰੱਖਦਾ ਹੈ। ਤੇ ਜਿਹੜਾ ਮਨ ਦੇ ਮਗਰ ਲੱਗਣਾ ਹੈ, ਇਹ ਅਨੇਕਾਂ ਕਸ਼ਟਾਂ ਵਿੱਚ ਪਾ ਦੇਵੇਗਾ। ਸੁਖ ਮੰਗਤ ਦੁੱਖ ਆਗੇ ਆਵੇ, ਸੋ ਸੁਖ ਹਮੋ ਨਾ ਮੰਗਿਆ ਪਾਵੇ। ਧਤੂਰੇ ਦਾ ਇੱਕ ਬੀਜ ਬੀਜੀਏ ਤਾਂ ਕੈਸਾ ਸੁੰਦਰ ਬੂਟਾ ਉਗਦਾ ਹੈ, ਕੈਸੇ ਸੋਹਣੇ ਫਲ ਲੱਗਦੇ ਹਨ। ਪਰ ਹਾਏ, ਕਿਤਨੇ ਅਣਗਿਣਤ ਜ਼ਹਿਰ ਦੇ ਬੀਜ ਉਸ ਨੂੰ ਪੈਂਦੇ ਹਨ, ਔਰ ਕਹੀ ਕਰੜੀ ਵੇਹੋ ਉਸ ਵਿੱਚੋਂ ਫੈਲਦੀ ਹੈ। ਜੜਾਂ, ਪੱਤੇ, ਟਾਹਣੀਆਂ, ਫੁੱਲ ਸਭ ਵਿੱਚ ਵੇਹੋ ਭਰੀ ਹੁੰਦੀ ਹੈ। ਫਿਰ ਇੱਕ ਵੇਰ ਵੀ ਬਸ ਨਹੀਂ, ਹਰ ਵੇਰ ਵੇਹੋ ਦੇ ਫਲ ਲੱਗਦੇ ਹਨ। ਮਨ ਉਸ ਬੂਟੇ ਦਾ ਇੱਕ ਸੋਮਾ ਬਣ ਜਾਂਦਾ ਹੈ, ਜਿਸ ਵਿੱਚੋਂ ਸਦਾ ਵੇਹੋ ਦੀ ਨਦੀ ਵਗਦੀ ਰਹਿੰਦੀ ਹੈ। ਭੈੜੀਆਂ ਵਾਸ਼ਨਾ ਦਾ ਰੂਪ ਮੋਹ ਨਾਲੋਂ ਸੋਹਣਾ ਲੱਗਦਾ ਹੈ, ਪਰ ਉਹਨਾਂ ਤੇ ਅਮਲ ਕਰਨਾ ਸੱਪ ਦਾ ਵੇਹੋ ਹੁੰਦਾ ਹੈ। ਭੰਬੜ ਦੀਵੇ ਦੀ ਸੁੰਦਰਤਾ ਪਰ ਮੋਹਿਤ ਹੋ ਜਾਂਦਾ ਹੈ। ਦੂਰ ਰਹੇ ਤਾਂ ਖੈਰ, ਜਦ ਵਾਸ਼ਨਾ ਅਧੀਨ ਹੋ ਨੇੜੇ ਢੁਕਦਾ ਹੈ ਤਾਂ ਖੰਭ ਸੜਵਾ ਕੇ ਡਿੱਗਦਾ ਹੈ ਤੇ ਤੜਫ ਤੜਫ ਮਰਦਾ ਹੈ। ਬੇਗਮ ਵਾਸ਼ਨਾ ਅਧੀਨ ਹੋ ਕੇ ਟੁਰਨ ਨੇ ਬੜੇ ਬੜੇ ਰਿਸ਼ੀ ਮੁਨੀ, ਔਲੀਏ, ਡੇਗੇ, ਰਾਜਿਆਂ ਦੇ ਰਾਜ ਗਵਾਏ ਹਨ। ਫਕੀਰਾਂ ਦੀਆਂ ਫਕੀਰੀਆਂ ਮਿੱਟੀ ਵਿੱਚ ਮਿਲਾਈਆਂ, ਤੇਜਸਵੀਆਂ ਦੇ ਤੇਜ ਇਸਨੇ ਗਵਾਏ ਹਨ। ਰਾਜ ਭਾਗ ਨੂੰ ਪਾ ਕੇ ਆਪਣੇ ਪੈਰਾਂ ਤੇ ਮਜ਼ਬੂਤ ਹੋ ਕੇ ਖੜੋਵੋ। ਭਿਖਾਰੀ ਖਾਂ ਵਾਲਾ ਤਜਰਬਾ ਉਸਤਾਦ ਬਣਨਾ ਚਾਹੀਏ। ਬੇਗਮ, ਇੱਕ ਕੋਰਣ ਮੱਠ, ਅਭਿਜ ਪੱਥਰ, ਮੁਲਾਣਿਆਂ ਵਾਂਗ ਵਾਇਜ਼ਾਂ ਨਾ ਸੁਣਾ। ਇਹ ਦਿਨ ਮੁੜ ਨਹੀਂ ਆਉਣੇ। ਪਿੱਛੋਂ ਇਹੋ ਪਛਤਾਵਾ ਪੱਲੇ ਰਹਿ ਜਾਂਦਾ ਹੈ ਕਿ ਜ਼ਿੰਦਗੀ ਦੇ ਸੋਹਣੇ ਸੋਹਣੇ ਦਿਨ ਧਰਮ ਦੇ ਡਰ ਕਰਕੇ ਗੁਆ ਲਏ। ਸਿੰਘ, ਹੇ ਪਰਜਾ ਦੀ ਮਾਤਾ, ਕਾਲ ਬਤੀਤ ਹੋ ਰਿਹਾ ਹੈ। ਜੇ ਧਰਮ ਵਿੱਚ ਬੀਤੇ ਤਦ ਵੀ,
ਜੇ ਅਧਰਮ ਵਿੱਚ ਬੀਤੇ ਤਦ ਵੀ, ਮਨ ਦੀਆਂ ਮੌਜਾਂ ਮਾਣਨ ਵਿੱਚ ਬੀਤੇ ਤਦ ਵੀ, ਨਾ ਮਾਣਨ ਵਿੱਚ ਬੀਤੇ ਤਦ ਵੀ। ਹਾਂ, ਕਾਲ ਨੇ ਬੇਪਰਵਾਹ ਆਪਣੇ ਨਿਯਮਾਂ ਵਿੱਚ ਤੁਰੇ ਜਾਣਾ ਹੈ। ਪਿੱਛੋਂ ਤਾਂ ਭਲੇ ਕਰਮਾਂ ਦੀ ਖੁਸ਼ੀ ਤੇ ਬਲ ਪੱਲੇ ਰਹਿ ਜਾਂਦਾ ਹੈ, ਜਾਂ ਮਾੜਿਆਂ ਦਾ ਪਛਤਾਵਾ ਤੇ ਕਮਜ਼ੋਰੀ। ਕਾਲ ਦੇ ਰਥ ਨੂੰ ਭਲਾ ਬੁਰਾ ਦੋ ਪਿੰਜ ਹਨ। ਇਹਨਾਂ ਪਿੰਜਾਂ ਦੀਆਂ ਦੋ ਲੀਹਾਂ ਪੈਂਦੀਆਂ ਜਾਂਦੀਆਂ ਹਨ, ਇੱਕ ਪਛਤਾਵਾ, ਇੱਕ ਪ੍ਰਸੰਨਤਾਈ। ਰਥ ਪਈਆਂ ਸਮੇਤ ਲੰਘ ਜਾਂਦਾ ਹੈ, ਪਰ ਲੀਹਾਂ ਰਹਿ ਜਾਂਦੀਆਂ ਹਨ। ਤੁਸੀਂ ਉੱਚੇ ਘਰਾਣੇ ਦੇ ਹੋ। ਮੁਸਲਮਾਨ ਘਰਾਂ ਦਾ ਮੈਨੂੰ ਠੀਕ ਥਾਉ ਨਹੀਂ, ਪਰ ਹਿੰਦੂ ਘਰਾਂ ਵਿੱਚ ਜਿਨ੍ਹਾਂ ਇਸਤਰੀਆਂ ਨੂੰ ਰੰਡੇਪੇ ਦਾ ਦੁੱਖ ਪੈ ਜਾਂਦਾ ਹੈ, ਉਹ 7 ਧਰਮ ਵਿੱਚ ਬੈਠ ਕੇ ਉਮਰ ਕੱਟ ਲੈਂਦੀਆਂ ਹਨ। ਉਹਨਾਂ ਨੂੰ ਬੇਬੇ ਜੀ ਕਰਕੇ ਸੱਦਦੇ ਹਨ ਔਰ ਚੰਗਾ ਸਤਿਕਾਰ ਕਰਦੇ ਹਨ। ਪਰ ਜੋ ਇਸਤਰੀਆਂ ਮਨ ਦੀਆਂ ਖੋਟੀਆਂ ਵਾਸ਼ਨਾ ਦੇ ਮਗਰ ਲੱਗ ਕੇ ਅੱਗੇ ਪਿੱਛੇ ਦੀ ਸੋਚ ਛੱਡ ਦਿੰਦੀਆਂ ਹਨ, ਉਹਨਾਂ ਨੂੰ ਕੋਈ ਮੱਥੇ ਨਹੀਂ ਲਾਉਂਦਾ। ਜਿਨ੍ਹਾਂ ਪਾਪੀਆਂ ਨੂੰ ਭੁਲੇਖੇ ਵਿੱਚ ਫਸ ਕੇ ਸੱਜਣ ਜਾਣ ਬੈਠਦੀਆਂ ਹਨ, ਉਹ ਨਾਲ ਨਹੀਂ ਨਿਭਦੇ। ਉਸ ਸਮੇਂ ਉਹਨਾਂ ਵਿਚਾਰਿਆਂ ਨੂੰ ਪਤਾ ਲੱਗਦਾ ਹੈ ਕਿ ਅਸਾਂ ਭੁੱਲ ਕੀਤੀ ਤੇ ਸਿਆਣਿਆਂ ਦੀ ਸਿੱਖਿਆ ਨਾ ਮੰਨੀ ਤੇ ਮਨ ਦੇ ਵੇਗ ਮਗਰ ਲੱਗੀਆਂ। ਫਿਰ ਪਛਤਾਏ ਕਿਆ ਹੋਏ ਜਬ ਚਿੜੀਆਂ ਚੁੱਗ ਗਈ ਖੇਤ। ਸਿਆਣੇ ਦੇ ਕਹੇ ਤੇ ਆਵਲੇ ਦੇ ਖਾਦੇ ਦਾ ਸਵਾਦ ਪਿੱਛੋਂ ਮਾਲੂਮ ਆਉਂਦਾ ਹੈ। ਜੇ ਕੋਈ ਅੱਕ ਦੇ ਫਲ ਨੂੰ ਆਮ ਸਮਝੇ ਤੇ ਸਿਆਣੇ ਦਾ ਕਿਹਾ ਨਾ ਮੰਨੇ ਤਾਂ ਕੀ ਹੁੰਦਾ ਹੈ? ਬੇਗਮ ਜ਼ਰਾ ਤਿਣਕ ਕੇ, ਸਿੰਘ ਜੀ, ਸਿੱਖਿਆ ਠੀਕ ਹਨ, ਦੇਣੀਆਂ ਸੁਖਾਲੀਆਂ ਹਨ, ਪਰ ਮੈਂ ਕੋਈ ਬੱਦੀ ਦੀ ਗੱਲ ਨਹੀਂ ਕੀਤੀ। ਕੀ ਤੁਸਾਂ ਵਿੱਚ ਵਿਵਾਹ ਤੇ ਵਿਧਵਾ ਵਿਵਾਹ ਮੰਨੇ ਹਨ? ਸਿੰਘ ਜੀ, ਸਿੱਖਾਂ ਵਿੱਚ ਵਿਵਾਹ ਤੇ ਵਿਧਵਾ ਵਿਵਾਹ ਦੀ ਤਾਂ ਖੁੱਲ੍ਹ ਹੈ, ਪਰ ਵਿਵਾਹ ਹੋਵੇ ਤਾਂ ਵਿਵਾਹ ਇੱਕ ਪਵਿੱਤਰ ਸੰਬੰਧ ਹੈ ਜੋ ਪਵਿੱਤਰ ਨਿਯਮ ਨਾਲ ਜਾਇਜ਼ ਹੈ, ਪਰ ਮੈਂ ਤਾਂ ਵਿਵਾਹਿਤ ਹਾਂ। ਬੇਗਮ, ਇਸਤਰੀ ਤਾਂ ਆਪ ਦੀ ਮਰ ਚੁੱਕੀ ਹੈ। ਹੰਝੂ ਭਰ ਕੇ ਪਿਆਰੀ ਸ਼ੀਲ ਕੂਚ ਕਰ ਗਈ। ਸਿੰਘ ਜੀ, ਅਸੰਭਵ। ਬੇਗਮ, ਨਹੀਂ, ਸੱਚ। ਚੂੜਮਲ ਆਪ ਦਾ ਪਿਤਾ ਉਸ ਨੂੰ ਲੈ ਗਿਆ ਸੀ। ਮੈਂ ਵੀ ਉਸ ਨਾਲ ਤੋਰਨੋਂ ਨਾ ਨਹੀਂ ਕੀਤੀ ਸੀ। ਤੁਹਾਡੀ ਮਾਤਾ ਬਹੁਤ ਰੋਂਦੀ ਸੀ, ਇਸ ਕਰਕੇ ਟੋਰਨਾ ਪਿਆ ਸੀ। ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕੀ ਹਾਂ, ਪਰ ਹੁਣ ਪੱਕੀ ਖਬਰ ਆਈ ਹੈ ਕਿ ਰਾਤ ਛੱਤ ਡਿੱਗ ਪੈਣ ਕਰਕੇ ਤੁਹਾਡੀ ਵਹੁਟੀ ਤੇ ਪੁੱਤਰ ਹੇਠ ਦਬ ਗਏ ਹਨ, ਔਰ ਤੁਹਾਡੇ ਭਰਾ ਨੇ ਬੜੀ ਛੇਤੀ ਉਹਨਾਂ ਦਾ ਦਾਅ ਵੀ ਕਰਵਾ ਦਿੱਤਾ ਹੈ। ਕਾਰਨ ਦਾ ਪਤਾ ਨਹੀਂ, ਪਰ ਇੱਕ ਮੁਖਬਰ ਨੇ ਖਬਰ ਦਿੱਤੀ ਹੈ ਕਿ ਤੁਹਾਡੇ ਭਰਾ ਨੇ ਉਹਨਾਂ ਨੂੰ ਮਰਵਾਇਆ ਹੈ। ਛੱਤ ਡਿੱਗਣੀ ਬਹਾਨਾ ਹੈ। ਉਸ ਦੀ ਨੀਅਤ ਇਹ ਹੈ ਕਿ ਕੋਈ ਵਾਰਸ ਹੋਰ ਬਾਕੀ ਨਾ ਰਹੇ, ਸਾਰਾ ਧਨ ਮੈਂ ਸਾਂਭਾ। ਸਿੰਘ ਜੀ, ਮੈਂ ਨਹੀਂ ਮੰਨਦਾ। ਬੇਗਮ, ਮੈਂ ਕਸਮ ਖਾ ਕੇ ਕਹਿੰਦੀ ਹਾਂ ਕਿ ਸੱਚ ਹੈ। ਮੈਂ ਤੁਹਾਡੇ ਭਰਾ ਦੀ ਗ੍ਰਿਫਤਾਰੀ ਫੜਨ ਦਾ ਹੁਕਮ ਵੀ ਦੇ ਆਈ ਹਾਂ। ਸਿੰਘ ਜੀ ਨੇ ਅੱਖਾਂ ਮੀਟ ਲਈਆਂ। ਪਿਆਰਿਆਂ ਦੇ ਵਿਯੋਗ ਕਰਕੇ ਹਿਰਦੇ ਵਿੱਚ ਖੋ ਪਈ, ਪਰ ਨਿਸ਼ਚੇਵਾਨ ਹਿਰਦੇ ਵਿੱਚ ਸਤਿਗੁਰਾਂ ਦੀ ਮੂਰਤੀ ਆ ਖੜੋਤੀ, ਔਰ ਸਿੰਘ ਜੀ ਦੇ ਗਿਆਨਵਾਨ ਹਿਰਦੇ ਵਿੱਚ ਆਤਮਾ ਦੇ ਨਿਤ ਦੇ ਅਮਰ ਹੋਣ ਦਾ ਨਕਸ਼ਾ ਬਚ ਗਿਆ। ਹਰ ਕਰਮਾਂ ਦੀ ਪ੍ਰਬਲਤਾ ਤੇ ਕਰਤਾਰ ਦੀ ਕਿਰਪਾ ਨੂੰ ਸੋਚ ਕੇ ਆਤਮਾ ਨੂੰ ਪ੍ਰਸੰਨ ਕਰਨੇ ਵਾਲਾ ਸ਼ਾਂਤੀ ਦਾ ਸੋਮਾ ਫੁੱਟ ਪਿਆ। 10 ਕੁ ਮਿੰਟ ਮਗਰੋਂ ਅੱਖਾਂ ਖੁੱਲੀਆਂ, 2 ਕੁ ਟੇਪੇ ਡਿੱਗੇ, ਔਰ ਸਿੰਘ ਜੀ ਦੇ ਮੂੰਹੋਂ ਸ਼ੁਕਰ ਦਾ ਸ਼ਬਦ 3 ਵਾਰੀ ਨਿਕਲਿਆ। ਵਿਜੇ ਸਿੰਘ ਨੂੰ ਬੇਗਮ ਪਰ ਪਤਿਆ ਤਾਂ ਨਹੀਂ ਆਇਆ, ਪਰ ਉਸਨੇ ਇਹ ਜਾਣ ਲਿਆ ਕਿ ਮੇਰੇ ਉਜ਼ਰ ਭੰਨਣ ਲਈ ਦੋਏ ਮਰਵਾ ਦਿੱਤੇ ਗਏ ਹੋਣ ਤਾਂ ਅਚਰਜ ਨਹੀਂ, ਸੋ ਭਾਣਾ ਜਾਣ ਕੇ ਰਜ਼ਾ ਸਿਰ ਤੇ ਧਰ ਲਈ। ਬੇਗਮ, ਹੁਣ ਦੱਸੋ। ਸਿੰਘ ਜੀ, ਕੀ ਦੱਸਾਂ? ਮੇਰਾ ਜਨਮ ਇਸ ਲਈ ਨਹੀਂ ਕਿ ਇੱਕ ਅਮੀਰਜ਼ਾਦੀ ਨਾਲ ਵਿਆਹ ਕਰਕੇ ਆਪਣੇ ਸੁੱਖਾਂ ਵਿੱਚ ਪੈ ਜਾਵਾਂ। ਮੈਂ ਤਾਂ ਧਰਮ ਤੇ ਪ੍ਰਜਾ ਦੀ ਸੇਵਾ ਲਈ ਜਨਮਿਆ ਹਾਂ। ਸੁੰਦਰ ਪਲੰਗ ਮੇਰੇ ਲਈ ਸੂਲਾਂ ਦੀ ਸੇਜਾਂ ਹਨ। ਬਨਾਂ ਵਿੱਚ ਕੰਡਿਆਂ ਪਰ ਭਰਾਵਾਂ ਨਾਲ ਸੋਹਣਾ ਮੇਰੇ ਲਈ ਮਖਮਲ ਨਾਲੋਂ ਭਲਾ ਹੈ। ਵੀਰਾਂ ਨਾਲ ਵਣ ਦੇ ਪੱਤੇ ਖਾ ਕੇ ਗੁਜ਼ਾਰਾ ਕਰਨ ਨੂੰ ਮੈਂ ਪਰਮ ਪ੍ਰਸੰਨਤਾ ਸਮਝਦਾ ਹਾਂ। ਉਹ ਧਰਮ ਹੈ। ਆਪਣੀਆਂ ਮੋਜ ਬਹਾਰਾਂ ਐਸ਼ਾਂ ਅਧਰਮ ਹਨ। ਆਤਮਾ ਨਿਤ ਹੈ, ਸਰੀਰ ਅਨਿਤ। ਅਨਿਤ ਦੇ ਦੁੱਖਾਂ ਦੀ ਪਰਵਾਹ ਨਹੀਂ। ਕਿਉਂ? ਝੱਬਦੇ ਮੁੱਕ ਜਾਂਦੇ ਹਨ। ਨਿਤ ਦੇ ਸੁੱਖ ਸਦਾ ਰਹਿੰਦੇ ਹਨ। ਉਹਨਾਂ ਦੀ ਪਰਵਾਹ ਕਰਨੀ ਚਾਹੀਏ। ਫਿਰ ਹੋਰ ਸੋਚੋ, ਜੋ ਪੁਰਖ ਜਿਸ ਕੰਮ ਲਈ ਜੰਮਿਆ ਹੋਵੇ ਉਸ ਨੂੰ ਉਹ ਕਰਨਾ ਹੀ ਸੋਹਣਾ ਹੈ। ਨਹੀਂ ਤਾਂ ਫਿਰ ਇਉਂ ਦੇ ਉਲਾਂਬੇ ਮਿਲਦੇ ਹਨ।
ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿ। ਬੇਗਮ ਮੈਂ ਕਦੇ ਕਿਸੇ ਅੱਗੇ ਨਹੀਂ ਨਿਵੀ, ਮੈਂ ਸਭ ਨੂੰ ਸਦਾ ਹੁਕਮ ਹੇਠ ਰੱਖਿਆ ਹੈ। ਇੱਥੇ ਨਿਵੀ ਹਾਂ, ਨਿਵੀ ਦੀ ਲਾਜ ਰੱਖੋ, ਕਿਹਾ ਮੰਨੋ, ਕੁਛ ਦੇਰ ਗੁਪਤ ਰਹੋ, ਫਿਰ ਮੈਂ ਤੇਰੇ ਲਈ ਕਾਬਲ ਤੋਂ ਫਰਮਾਨ ਸ਼ਾਹੀ ਮੰਗਾ ਦਿਆਂਗੀ। ਦਿੱਲੀ ਵਾਲੇ ਆਪ ਮੋਏ ਪਏ ਹਨ, ਕੋਈ ਤੇਰੀ ਵਾਹ ਵੱਲ ਨਹੀਂ ਤੱਕੇਗਾ। ਬਿਨਾਂ ਯਤਨ ਪਾਤਸ਼ਾਹ ਬਣ ਜਾ, ਤੇਰਾ ਫਰਜ਼ ਵੀ ਪੂਰਾ ਹੋ ਜਾਏਗਾ। ਹੁਣ ਤਾਂ ਸਿੱਖਾਂ ਵਿੱਚ ਰਹਿ ਕੇ ਕਿਤੇ ਮਰ ਜਾਏਗਾ, ਔਰ ਰਾਜਾ ਬਣਨ ਦਾ ਵੇਲਾ ਸਿੱਖਾਂ ਲਈ ਦੂਰ ਹੈ। ਜੇ ਕੋਈ ਜ਼ਾਲਮ ਨਵਾਬ ਆ ਗਿਆ ਤਾਂ ਖਬਰੇ ਸਿੱਖਾਂ ਦਾ ਖੁਰਾ ਖੋਜ ਹੀ ਮਿਟ ਜਾਵੇ। ਇਸ ਵੇਲੇ ਨੂੰ ਹੱਥੋਂ ਨਾ ਜਾਣ ਦੇ, ਪੱਕੀ ਪਕਾਈ ਮਿਲਦੀ ਹੈ, ਬਿਨਾਂ ਲਹੂ ਵੀਟੇ ਹੀ ਰਾਜ ਬਚਦਾ ਹੈ। ਸਿੰਘ ਜੀ, ਪਰਜਾ ਮਾਤਾ, ਆਪ ਦੇ ਰਾਜ ਭਾਗ ਦੇਣ ਦਾ ਸ਼ੁਕਰੀਆ, ਪਰ ਮੈਂ ਉਸ ਕੌਮ ਵਿੱਚੋਂ ਹਾਂ ਜੋ ਆਪਣੇ ਡੋਲਿਆਂ ਪਰ ਬੜਾ ਭਰੋਸਾ ਰੱਖਦੀ ਹੈ। ਉਹਨਾਂ ਕਦੇ ਨਹੀਂ ਮੰਨਣਾ ਕਿ ਐਮ ਰਾਜ ਲਵੀਏ। ਜਦ ਰਾਜ ਲਵਾਂਗੇ ਤਲਵਾਰ ਦੀ ਧਾਰ ਨਾਲ ਲਵਾਂਗੇ। ਦੂਸਰੇ ਅਬਦਾਲੀ ਐਸਾ ਬੁੱਧੂ ਨਹੀਂ ਜੈਸਾ ਤੁਸੀਂ ਸਮਝਦੇ ਹੋ। ਇੱਧਰੋਂ ਤੁਸਾਂ ਮੇਰੇ ਨਾਲ ਵਿਆਹ ਕੀਤਾ, ਉਧਰੋਂ ਕੁਫਰ ਦਾ ਫਤਵਾ ਤੁਹਾਡੇ ਤੇ ਲੱਗੇਗਾ, ਔਰ ਇੱਕਦਮ ਤਖਤੋਂ ਉਮਰਾਓ ਹੀ ਕੰਮ ਬਰਾਬਰ ਕਰ ਦੇਣਗੇ। ਕੋਈ ਮੁਸਲਮਾਨ ਇਹ ਗੱਲ ਨਹੀਂ ਸਹੇਗਾ ਕਿ ਤੁਸੀਂ ਇੱਕ ਨਾਮੁਸਲਿਮ ਨਾਲ ਵਿਆਹ ਕਰੋ। ਹਾਂ, ਮੈਂ ਮੁਸਲਮਾਨ ਹੋ ਜਾਵਾਂ ਤਾਂ, ਪਰ ਇਹ ਅਸੰਭਵ ਹੈ। ਮੈਂ 14 ਲੋਕਾਂ ਦੀ ਪਾਤਸ਼ਾਹੀ ਨੂੰ ਸਿੱਖ ਧਰਮ ਤੋਂ ਵਾਰ ਕੇ ਸੁੱਟ ਦਿਆਂ। ਜੇ ਕਹੇਂ ਕਿ ਤੇਰੇ ਸਿੱਖ ਹੋ ਜਾਣ ਨਾਲ ਸਿੱਖ ਰਾਜ ਹੋ ਜਾਏਗਾ, ਤਾਂ ਮੈਂ ਇੰਨੀ ਰਾਜਨੀਤੀ ਜਾਣਦਾ ਹਾਂ ਕਿ ਇਹ ਹੋਣ ਨਹੀਂ ਲੱਗਾ। ਤੀਸਰੇ ਦਿੱਲੀ ਵਾਲੇ ਭਾਵੇਂ ਕੁਝ ਨਹੀਂ ਰਹੇ, ਪਰ ਪੰਜਾਬ ਲਈ ਅਜੇ ਕੁਛ ਬਲ ਹੈ ਨੇ। ਗਾਜ਼ੀਉਦੀਨ ਵਜ਼ੀਰ ਦੀ ਅੱਖ ਤੁਸਾਂ ਦੀ ਕਾਕੀ ਪਰ ਹੈ, ਉਸਨੇ ਵਿਆਹ ਪਰ ਜ਼ੋਰ ਦੇਣਾ ਹੈ ਤੇ ਆਪ ਦੇ ਸਿਰ ਤੇ ਕੁੰਡਾ ਰੱਖਣਾ ਹੈ। ਸੋ ਇਹ ਸਾਰੇ ਖਿਆਲ ਨੀਤੀ ਵਿਰੁੱਧ ਹਨ। ਬੇਗਮ ਕਿਸੇ ਭੁੱਖੇ ਨੂੰ ਰੋਟੀ ਮਿਲੇ ਤਾਂ ਨਾ ਕਰਦਾ ਹੈ। ਸਿੱਖਾਂ ਨੂੰ ਪੁੱਛ ਤਾਂ ਵੇਖੋ। ਸਿੰਘ ਜੀ, ਸਿੰਘਾਂ ਦੀ ਸੂਰਬੀਰਤਾ, ਅਣਖ, ਹਾਂ ਤਾਬੇਦਾਰੀ ਅਰ ਛਲ ਨੂੰ ਉਹ ਬਹੁਤ ਬੁਰਾ ਜਾਣਦੇ ਹਨ। ਰਾਜੇ ਬਣ ਕੇ ਭਾਵੇਂ ਕੁਝ ਕਰਨ, ਪਰ ਇਹ ਵੇਲਾ ਤਾਂ ਧਰਮ ਅਰ ਬਹਾਦਰੀ ਦਾ ਹੈ। ਜਦੋਂ ਨਵਾਬੀ ਦਾ ਖਿਤਾਬ ਸਿੱਖਾਂ ਨੂੰ ਘੱਲਿਆ ਗਿਆ ਸੀ, ਤਦੋਂ ਕਿੱਦਾਂ ਨੱਕ ਵੱਟ ਕੇ ਨਾ ਕੀਤੀ ਸਾਨੇ। ਜਦ ਬਹੁਤ ਕਿਹਾ ਤਦ ਪੱਖਾ ਝੱਲਦੇ ਸੇਵਕ ਵੱਲ ਸੈਨਤ ਕੀਤੀ ਕਿ ਇਸ ਨੂੰ ਦੇ ਦਿਓ। ਕੀ ਤੁਸੀਂ ਪਰਤੱਖ ਨਹੀਂ ਦੇਖਦੇ ਕਿ ਜਦ ਅਬਦਾਲੀ ਆਉਂਦਾ ਹੈ ਤਾਂ ਸਿੱਖ ਸਭ ਆਪਣੇ ਇਲਾਕੇ ਛੱਡ ਕੇ ਨੱਸ ਜਾਂਦੇ ਹਨ। ਮਿਹਨਤਾਂ ਨਾਲ ਪ੍ਰਾਪਤ ਕੀਤੇ ਇਲਾਕੇ ਸਰਬ ਪੁੰਜ ਵਾਂਗ ਤਿਆਗ ਜਾਂਦੇ ਹਨ, ਪਰ ਅਬਦਾਲੀ ਨੂੰ ਨਜ਼ਰਾਨੇ ਲੈ ਕੇ ਮਿਲ ਪੈਣ ਅਰ ਤਾਬੇਦਾਰੀ ਕਰ ਲੈਣ, ਇਸ ਗੱਲ ਤੋਂ ਬੜੀ ਸੂਗ ਰੱਖਦੇ ਹਨ ਔਰ ਆਪਣੀ ਬਹਾਦਰੀ ਨੂੰ ਕਲੰਕ ਸਮਝਦੇ ਹਨ। ਫਿਰ ਦੇਖੋ, ਜਾਂਦੇ ਆਉਂਦੇ ਅਬਦਾਲੀ ਦਾ ਪਿੱਛਾ ਕਰਕੇ ਉਸਦੀ ਨੱਕ ਜਿੰਦ ਕਰ ਦਿੰਦੇ ਹਨ। ਜਦੋਂ ਕਿ ਉਹ ਦਿੱਲੀ ਵੱਲ ਅੱਗੇ ਵੱਲ ਵੱਧਦਾ ਹੈ, ਇਹ ਪੰਜਾਬ ਵਿੱਚ ਰੌਲਾ ਪਾ ਦਿੰਦੇ ਹਨ। ਉਹ ਝੱਟ ਪਿੱਛੇ ਮੁੜਦਾ ਹੈ ਤਾਂ ਇਹ ਛੁਪ ਜਾਂਦੇ ਹਨ। ਜਦੋਂ ਕਾਬਲ ਨੂੰ ਟੁਰਦਾ ਹੈ ਤਾਂ ਉਸਦਾ ਛੁਪ ਕੇ ਪਿੱਛਾ ਕਰਦੇ ਹਨ, ਅਤੇ ਕਾਬਲ ਗਏ ਨੂੰ ਇਹਨਾਂ ਦੇ ਕਾਰਨਾਮਿਆਂ ਦੀਆਂ ਖਬਰਾਂ ਚਾਉ ਨਹੀਂ ਲੈਣ ਦਿੰਦੀਆਂ। ਅਬਦਾਲੀ ਨੂੰ ਸਿੱਖ ਨਿਸ਼ਚਿੰਤ ਨਹੀਂ ਹੋਣ ਦਿੰਦੇ ਕਿ ਉਹ ਹਿੰਦ ਵਿੱਚ ਪਠਾਣੀ ਸਲਤਨਤ ਮੁੜ ਕਾਇਮ ਕਰ ਲਵੇ। ਐਸੇ ਉੱਚੀ ਮਤ ਵਾਲੇ ਇਹ ਬਹਾਦਰ ਯੋਧੇ ਪਸੰਦ ਨਹੀਂ ਕਰਨਗੇ ਕਿ ਜੋ ਕੁਝ ਤੁਸੀਂ ਕਹਿੰਦੇ ਹੋ ਉਹ ਕੁਝ ਮੰਨ ਲੈਣ। ਇਸ ਲਈ ਮੈਂ ਆਪ ਦਾ ਸ਼ੁਕਰ ਕਰਦਾ ਹੋਇਆ ਆਪ ਦੀਆਂ ਸਾਰੀਆਂ ਗੱਲਾਂ ਤੋਂ ਨਾ ਕਰਦਾ ਹਾਂ। ਮੈਂ ਇੱਕ ਬੰਦ ਦਾ ਪੰਛੀ ਹਾਂ। ਸੋਨੇ ਦੇ ਪਿੰਜਰਿਆਂ ਵਿੱਚ ਰਹਿ ਕੇ ਮੋਤੀ ਚੁਗਣ ਨਾਲੋਂ ਮੈਨੂੰ ਸੁਤੰਤਰਤਾ ਵਿੱਚ ਰਹਿ ਕੇ ਬਣ ਦੇ ਕੰਕਰਾਂਪੁਰ ਗੁਜ਼ਾਰਾ ਕਰਨਾ ਵਧੇਰੇ ਪਾਉਂਦਾ ਹੈ। ਛੁੱਟੀ। ਸਿੰਘ ਜੀ ਦੀ ਧਰਮ ਅਰ ਸੁਤੰਤਰਤਾ ਦੀ ਸੋਚ ਵੱਲ ਧਿਆਨ ਕੀਤਿਆਂ ਸ਼ਾਬਾਸ਼ੀ ਮੂੰਹੋਂ ਨਿਕਲਦੀ ਹੈ। ਇਤਨੀ ਭਾਰੀ ਲਾਲਚ ਦੀ ਦਸ਼ਾ ਵਿੱਚ ਦ੍ਰਿੜ ਖੜੇ ਹਨ ਤੇ ਮਤ ਉਜਲ ਰੱਖੀ ਹੋਈ ਹੈ। ਨਾ ਡੋਲਦੇ ਹਨ, ਨਾ ਬੁੱਧੀ ਦੀਆਂ ਅੱਖਾਂ ਮੀਟਦੇ ਹਨ। ਅੱਜ ਕੱਲ੍ਹ ਸੋਹਣੀ ਸੂਰਤ ਵੇਖ ਕੇ ਹੀ ਲੋਕੀ ਧਰਮ ਹਾਰ ਰਹੇ ਹਨ। ਵਲੈਤ ਦੀ ਸੈਰ ਕਰਨ ਗਏ ਗੋਰੀਆਂ ਨਾਲ ਚਮੋੜ ਲਿਆਉਂਦੇ ਹਨ। ਘਰ ਦੀਆਂ ਪਈਆਂ ਪਿੜਦੀਆਂ ਹਨ। ਲਾਲਚ ਤੇ ਡਿੱਗਣਾ ਕੀ। ਨੀਅਤ ਭੁੱਖੇ ਬਾਲਕ ਵਾਂਗ ਚਿੱਟੇ ਚਮੜੇ ਪੂਰੀ ਭਿੱਬ ਕੇ ਫਿਰਦੇ ਹਨ।
ਸ਼ਾਹੂਕਾਰ ਸਰਦਾਰਾਂ ਵੱਲ ਦੇਖੋ ਤਾਂ ਕਮਾਈ ਦਾ ਸਾਰਾ ਹਿੱਸਾ ਮਾੜੇ ਥਾਂ ਤੇ ਐਸ਼ਾਂ ਪਰ ਖਰਚ ਕਰਕੇ ਗਰੀਬ ਹੁੰਦੇ ਜਾਂਦੇ ਹਨ ਤੇ ਸਰਦਾਰਾਂ ਤੋਂ ਕਾਮੇ ਬਣ ਰਹੇ ਹਨ। ਇਸ ਕਰਕੇ ਸਿੱਖਾਂ ਵਿੱਚ ਦਿਨੋਂ ਦਿਨ ਸਰਦਾਰ ਘੱਟ ਦਿਸਦੇ ਹਨ। ਕੁਝ ਮਰ ਗਏ ਹਨ, ਕੁਝ ਮਾੜੇ ਕੰਮਾਂ ਦੇ ਸ਼ਿਕਾਰ ਹੋ ਗਏ। ਕਈ ਘਰਾਂ ਵਿੱਚ ਦੇਖੋ ਸੁੱਖ ਹੈ ਹੀ ਨਹੀਂ। ਉਸ ਦਾ ਕਾਰਨ ਵੀ ਇਹੋ ਹੈ ਕਿ ਪਤੀ ਪਤਨੀ ਦਾ ਪਿਆਰ ਨਹੀਂ ਹੈ। ਘਰ ਦਾ ਸੁੱਖ ਉੱਡ ਕੇ ਦਰਿਆ ਦੇ ਪੱਥਰਾਂ ਵਾਂਗ ਨਿੱਤ ਦੀ ਰਗੜ ਤੁਰੀ ਚਲਦੀ ਹੈ। ਜਿਸ ਦੰਪਤੀ ਦਾ ਪਿਆਰ ਨਾ ਹੋਵੇ, ਉਹਨਾਂ ਦੀ ਸੰਤਾਨ ਮਾਤਾ ਪਿਤਾ ਦਾ ਆਦਰ ਕਰਨੇ ਵਾਲੀ ਬਹੁਤ ਘੱਟ ਹੋਇਆ ਕਰਦੀ ਹੈ। ਘਰ ਪਰਮੇਸ਼ਰ ਨੇ ਸਵਰਗ ਬਣਾਇਆ ਹੈ, ਪਰ ਮਾੜਿਆਂ ਨੇ ਘਰ ਨੂੰ ਨਰਕ। ਜਿਸ ਪ੍ਰਕਾਰ ਪਤੀ ਬ੍ਰਿਤਾ ਇਸਤਰੀ ਕੁਲ ਦਾ ਚਾਨਣ ਹੁੰਦੀ ਹੈ, ਉਸੇ ਤਰ੍ਹਾਂ ਸਤੀ ਬ੍ਰਤ ਪੁਰਖ ਕੁਲ ਦਾ ਦੀਪਕ ਹੁੰਦਾ ਹੈ। ਜਿਸ ਇਸਤਰੀ ਲਈ ਪਤੀ ਬ੍ਰਤ, ਵੈਸੇ ਪੁਰਖ ਲਈ ਸਤੀ ਬ੍ਰਤ ਧਰਮ ਜ਼ਰੂਰੀ ਹੈ। ਦੋਹਾਂ ਨੂੰ ਆਪੋ ਆਪਣਾ ਧਰਮ ਪਾਲਿਆਂ ਸਾਂਝਾ ਸੁਖ ਵੱਧਦਾ ਹੈ। ਦੋਵੇਂ ਧਰਮ ਪਾਲਣ ਤਾਂ ਦੋਵੇਂ ਸੁਖੀ। ਘਰ ਸਵਰਗ ਤੇ ਬੱਚੇ ਚੰਗੇ ਉੱਠਦੇ ਹਨ। ਵਿਚਾਰ ਦਾ ਹੀ ਤਾਂ ਮਨੁੱਖ ਵਿੱਚ ਪਸ਼ੂਆਂ ਨਾਲੋਂ ਵਾਧਾ ਹੈ। ਜਿਨ੍ਹਾਂ ਨੇ ਧਰਮ ਦੀ ਵਿਚਾਰ ਛੱਡੀ ਹੈ, ਉਹਨਾਂ ਨੇ ਮਨੁੱਖਪੁਣੇ ਨੂੰ ਤਿਆਗਿਆ ਹੈ। ਹੇ ਖਾਲਸਾ ਜੀ, ਆਪਣੇ ਵੱਡਿਆਂ ਦੇ ਉੱਤਮ ਜੀਵਨਾਂ ਵੱਲ ਦੇਖ ਕੇ ਉਹਨਾਂ ਦੇ ਪੂਰਨਿਆਂ ਪਰ ਤੁਰੋ। ਧਰਮ ਪਾਲਣ ਨਾਲ ਹੀ ਸੰਸਾਰ ਦਾ ਸੁਖ ਪ੍ਰਾਪਤ ਹੁੰਦਾ ਹੈ। ਧਰਮ ਨਾਲ ਹੀ ਪਰਲੋਕ ਦਾ ਸੁਖ ਹੈ। ਦੇਖੋ, ਗੁਰੂ ਮਹਾਰਾਜ ਨੇ ਕੈਸੇ ਕੈਸੇ ਉੱਤਮ ਉਪਦੇਸ਼ ਪਤੀ ਬ੍ਰਤ ਧਰਮ ਲਈ ਕਹੇ ਹਨ। ਪਲਕ ਦ੍ਰਿਸ਼ਟ ਦੇਖ ਭੂਲੋ, ਆਕ ਨੀਮ ਕੋ ਤੂਮਰ, ਜੈਸਾ ਸੰਗ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹ ਪਰਗ੍ਰਹਿ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।